प्रोग्राम खबरसार सवेरे 8 बजे तो लैके 10 बजे तक मेरे नाल इस समय हरचरण ग्रोवर जी जुड़े हुए ने और उन्होंने नाल मेरी गलबात इस समय चल रही है। सो अगले जी साडा टॉपिक है वो है जो बीते दिनी साडे बिजनेस लोगों नूं जिन्हां ने रेंट के उत्ते प्रॉपर्टीज लईआं होईआं ने उन्हां नूं की राहत दित्ती गई है उहदे बारे च जी ग्रोवर साहब। जी लास्ट थर्सडे ਨੂੰ ਜਿਹੜਾ ਹੈਗਾ ਗਵਰਨਮੈਂਟ ਨੇ ਇੱਕ ਹੋਰ ਆਪਣਾ ਜਿਹੜਾ ਰੈਂਟ ਦਾ ਜਿਹੜਾ ਹੈਗਾ ਉਹ ਪ੍ਰੋਗਰਾਮ ਅਨਾਉਂਸ ਕੀਤਾ ਹੈ ਜੀ। ਇਹਦੇ ਵਿੱਚ ਕੀ ਹੈਗਾ ਕਿ ਜਿਹੜੀ ਫੈਡਰਲ ਗਵਰਨਮੈਂਟ ਜਿਹੜੀ ਹੈ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਨਾਲ ਮਿਲ ਕੇ ਪ੍ਰੋਗਰਾਮ ਬੈਨੀਫਿਟ ਦੇ ਰਹੇ ਨੇ। ਜਿਹੜੇ ਵੀ ਆਪਣੇ ਲੈਂਡਲੋਰਡ ਹੈਗੇ ਨੇ ਜਿਨ੍ਹਾਂ ਦੇ ਕੋਲ ਕਮਰਸ਼ੀਅਲ ਪ੍ਰੋਪਰਟੀ ਹੈਗੀ ਹੈ, ਗਵਰਨਮੈਂਟ ਕੀ ਕਰੇਗੀ ਕਿ ਜਿਹੜੀ ਵੀ ਆਪਣੇ ਟੈਨੈਂਟ ਨੂੰ ਰਿਲੀਫ ਦੇਣ ਦੇ ਲਈ ਉਹਨਾਂ ਨੇ ਪ੍ਰੋਗਰਾਮ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੈਗਾ ਕਿ ਗਵਰਨਮੈਂਟ ਅਗਰ ਲੈਂਡਲੋਰਡ ਜਿਹੜੀ ਹੈਗੀ ਹੈ ਇਸ ਚੀਜ਼ ਨੂੰ ਐਗਰੀ ਕਰ ਜਾਂਦੇ ਹੈਗੇ ਕਿ ਉਹ ਕਮਰਸ਼ੀਅਲ ਟੈਨੈਂਟ ਨੂੰ ਇਵਿਕਟ ਨਹੀਂ ਕਰਨਗੇ, ਔਰ ਦੂਸਰੀ ਅਗਰ ਐਸਟੈਬਲਿਸ਼ ਕਰਦੇ ਹੈਗੇ ਕਿ ਵੀ ਜੀ ਉਹਨਾਂ ਦੀ ਜਿਹੜੀ ਰੈਵਨਿਊ ਹੈਗੀ ਹੈ ਟੈਨੈਂਟ ਦੀ ਅਗਰ ਉਹ 70% ਡਰੋਪ ਹੋ ਗਈ ਹੈ ਡਿਊਰਿੰਗ ਦਿਸ ਪੈਂਡੇਮਿਕ ਪੀਰੀਅਡ ਦੇ ਅੰਦਰ, ਤਾਂ ਉਸ ਸਿਚੁਏਸ਼ਨ ਦੇ ਅੰਦਰ ਗਵਰਨਮੈਂਟ ਜਿਹੜੀ ਹੈ ਉਹ ਇੱਕ 50% ਦਾ ਲੋਨ ਜਿਹੜੀ ਹੈ ਉਹ ਲੈਂਡਲੋਰਡ ਨੂੰ ਦੇਗੀ। ਔਰ ਲੋਨ ਜਿਹੜਾ ਹੈਗਾ ਉਹ ਫੋਰਗਿਵੇਬਲ ਲੋਨ ਹੈਗਾ, ਉਹਦੇ ਵਿੱਚ ਕੋਈ ਵੀ ਕੰਡੀਸ਼ਨ ਨਹੀਂ ਹੈਗੀ ਕਿ ਉਹਨੂੰ ਵਾਪਿਸ ਕਰਨਾ ਹੈ ਲੋਨ, ਯਾਨੀ ਕਿ 50% ਨੋਨ ਰੀਪੇਬਲ ਲੋਨ ਹੈਗਾ, ਲੈਂਡਲੋਰਡ ਨੂੰ ਵਾਪਿਸ ਕਰਨ ਦੀ ਲੋੜ ਨਹੀਂ ਹੈਗੀ। ਤੇ ਉਹਦੇ ਵਿੱਚ ਇਹ ਹੈਗਾ ਕਿ 25% ਆਫ ਦਾ ਪੋਰਸ਼ਨ ਜਿਹੜਾ ਹੈਗਾ ਉਹ ਟੈਨੈਂਟ ਨੂੰ ਕਾਸਟ ਟੋਟਲ ਆਪਣੇ ਰੈਂਟ ਦੀ ਬੀਅਰ ਕਰਨੀ ਹੈਗੀ ਹੈ, ਔਰ 25% ਜਿਹੜਾ ਹੈਗਾ ਉਹ ਲੈਂਡਲੋਰਡ ਬੀਅਰ ਕਰੇਗਾ। 50% ਗਵਰਨਮੈਂਟ ਨੇ ਲੋਨ ਦੇਣਾ, ਯਾਨੀ ਕਿ ਅਗਰ ਕਿਸੇ ਦਾ ਰੈਂਟ $2000 ਹੈਗਾ ਤੇ ਉਹਦੇ ਵਿੱਚ 2000 ਵਿੱਚ $1000 ਦੀ ਜਿਹੜੀ ਸਬਸਿਡੀ ਹੈਗੀ ਹੈ ਰੈਂਟ ਦੀ ਉਹ ਗਵਰਨਮੈਂਟ ਨੇ ਦੇਣੀ ਹੈ, ਔਰ ਉਹਦੇ ਵਿੱਚ $500 ਦੀ ਜਿਹੜੀ ਹੈ ਰੈਂਟ ਜਿਹੜੀ ਹੈ ਟੈਨੈਂਟ ਨੂੰ ਪੇ ਕਰਨਾ ਹੈਗਾ, ਔਰ ਬਾਕੀ $500 ਦਾ ਜਿਹੜਾ ਹੈਗਾ ਉਹ ਲੈਂਡਲੋਰਡ ਨੂੰ ਐਬਜ਼ੌਰਬ ਕਰਨਾ ਹੈ, ਯਾਨੀ ਵੇਵ ਕਰਨਾ ਹੈ ਉਸ ਚੀਜ਼ ਦਾ। ਤੇ ਇਹ ਜਿਹੜੇ 3 ਮਹੀਨੇ ਦੀ ਰੈਂਟ ਦੀ ਸਬਸਿਡੀ ਦੇਣੀ ਹੈਗੀ ਹੈ ਉਹ ਅਪ੍ਰੈਲ ਮਈ ਜੂਨ 3 ਮਹੀਨੇ ਦੀ ਜਿਹੜੀ ਹੈ ਗਵਰਨਮੈਂਟ ਨੇ ਅਨਾਉਂਸ ਕੀਤਾ ਹੈਗਾ ਇਹਦੇ ਵਿੱਚ। ਔਰ ਕੰਡੀਸ਼ਨ ਸਿਰਫ ਇਹ ਰੱਖੀ ਹੈ ਕਿ ਲੈਂਡਲੋਰਡ ਜਿਹੜਾ ਹੈਗਾ ਉਹ ਕਮਰਸ਼ੀਅਲ ਟੈਨੈਂਟ ਨੂੰ ਇਵਿਕਟ ਨਹੀਂ ਕਰਾਏਗਾ। ਬਟ ਇਹਦੇ ਵਿੱਚ ਸਿਰਫ ਇੱਕ ਹੋਰ ਮੇਨ ਚੀਜ਼ ਦੇਖਣ ਵਾਲੀ ਹੈਗੀ ਹੈ ਕਿ ਲੈਂਡਲੋਰਡ ਨੂੰ ਫੋਰਸ ਨਹੀਂ ਕੀਤਾ ਜਾ ਸਕਦਾ ਇਸ ਪ੍ਰੋਗਰਾਮ ਨੂੰ ਜੁਆਇਨ ਕਰਨ ਦੇ ਲਈ, ਯਾਨੀ ਕਿ ਅਗਰ ਲੈਂਡਲੋਰਡ ਚਾਹੇ ਤੇ ਉਹ ਇਸ ਪ੍ਰੋਗਰਾਮ ਨੂੰ ਅਡਾਪਟ ਕਰ ਸਕਦਾ ਹੈਗਾ, ਯਾਨੀ ਉਹ 50% ਲੋਨ ਦੇ ਲਈ ਅਪਲਾਈ ਕਰ ਸਕਦਾ ਹੈ। ਅਗਰ ਉਹ ਚਾਹੇ ਤੇ ਉਹ ਟੈਨੈਂਟ ਨੂੰ ਜਿਹੜਾ ਹੈਗਾ ਇਵਿਕਟ ਵੀ ਕਰਾ ਸਕਦਾ ਹੈ, ਯਾਨੀ ਲੈਂਡਲੋਰਡ ਦੇ ਉੱਤੇ ਉਹਨਾਂ ਨੇ ਪਾਇਆ ਹੈਗਾ। ਬਟ ਰਿਕੁਐਸਟ ਇਹ ਕੀਤੀ ਜਾ ਰਹੀ ਹੈ ਲੈਂਡਲੋਰਡ ਨੂੰ ਕਿ ਉਹ ਕਮਰਸ਼ੀਅਲ ਟੈਨੈਂਟ ਨੂੰ ਇਵਿਕਟ ਨਾ ਕਰਾਉਣ, ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈਗਾ ਕਿ ਕਮਰਸ਼ੀਅਲ ਇਵਿਕਸ਼ਨ ਅਗਰ ਤੁਸੀਂ ਰੈਂਟ ਨਾ ਪੇ ਕਰੋ ਤੇ ਬੜੀ ਜਲਦੀ ਇਵਿਕਸ਼ਨ ਦੇ ਜਿਹੜੇ ਹੈਗੇ ਉਹ ਆਰਡਰ ਹੋ ਜਾਂਦੇ ਆ। ਓਨਟਾਰੀਓ ਵਿੱਚ ਐਸ ਸੱਚ ਇਵਿਕਸ਼ਨ ਦਾ ਹਾਲੇ ਤੱਕ ਕੋਈ ਬੈਨ ਨਹੀਂ ਲਗਾਇਆ ਗਵਰਨਮੈਂਟ ਨੇ ਉੱਤੇ। ਸੋ ਮੇਰੇ ਦੋਸਤ ਨੇ ਉਹਨਾਂ ਦੇ ਨਾਲ ਮੈਂ ਗੱਲ ਕਰ ਰਿਹਾ ਸੀ, ਉਹਨਾਂ ਨੇ ਜਦੋਂ ਇਹ ਪਲਾਨ ਬਾਰੇ ਆਪਣੇ ਲੈਂਡਲੋਰਡ ਨੂੰ ਗੱਲ ਕੀਤੀ ਤੇ ਉਹਨੇ ਸਾਫ਼ ਮਨਾ ਕਰ ਦਿੱਤਾ। ਉਹਨੇ ਕਿਹਾ ਵੀ ਕਿਉਂਕਿ ਉਹਦਾ ਕਾਫੀ ਕੰਮ ਵੱਡਾ ਆ, ਵੱਡੀਆਂ ਮਸ਼ੀਨਾਂ ਨੇ ਬਿਲਡਿੰਗ ਦੇ ਵਿੱਚ, ਕਾਫੀ ਇੰਨਾ ਈਜ਼ੀ ਨਹੀਂ ਗਾ ਕਿ ਜੇ ਉਹ ਆਪਣਾ ਉੱਥੋਂ ਸਮਾਨ 1-2-3 ਮਹੀਨਿਆਂ ਦੇ ਵਿੱਚ ਕਹੇ ਵੀ ਮੈਂ ਮੂਵ ਹੋਣਾ ਤੇ ਉੱਥੋਂ ਚੱਕ ਸਕਦਾ ਆ। ਤੋ ਲੈਂਡਲੋਰਡ ਦਾ ਸਪਸ਼ਟ ਉਹਨੂੰ ਜਵਾਬ ਸੀਗਾ ਕਿ ਮੈਂ ਤੇਰੇ ਨਾਲ ਲੀਜ਼ ਸਾਈਨ ਕੀਤੀ ਹੈ, ਯੂ ਗੋਟ ਟੂ ਪੇ, I don't know where you bring it from the government or bring it from anywhere, you got to pay the lease. ਜੀ ਬਿਲਕੁਲ ਇਹਦੇ ਵਿੱਚ ਕੀ ਹੈਗਾ ਕਿ ਕਮਰਸ਼ੀਅਲ ਰੈਂਟ ਦੇ ਅੰਦਰ ਇਹੀ ਪ੍ਰੋਗਰਾਮ ਹੈਗਾ, ਜੇ ਤੁਸੀਂ ਲੀਜ਼ ਸਾਈਨ ਕੀਤੀ ਹੈ, ਜਦੋਂ ਤੁਸੀਂ ਲੀਜ਼ ਅਗਰ ਆਪਣੀ ਰੈਂਟ ਦੀ ਪੇਮੈਂਟ ਇੱਕ ਵੀ ਮਿਸ ਕਰ ਦਿੰਦੇ ਹੈਗੇ ਹੋ ਤੇ ਅਗਲੇ ਕੁਝ ਦਿਨਾਂ ਦੇ ਅੰਦਰ ਜਿਹੜਾ ਹੈਗਾ ਲੈਂਡਲੋਰਡ ਦੇ ਕੋਲ ਇੱਕਦਮ ਪਾਵਰ ਆ ਜਾਂਦੀ ਹੈ, ਉਹ ਤੁਹਾਨੂੰ ਇਵਿਕਟ ਕਰਾ ਸਕਦਾ ਹੈਗਾ। ਕਮਰਸ਼ੀਅਲ ਦੇ ਅੰਦਰ ਕਾਫੀ ਸਟ੍ਰਿਕਟ ਰੂਲ ਹੁੰਦੇ ਹੈਗੇ ਜੀ। ਇਹ ਪ੍ਰੋਬਲਮ ਆ ਰਹੀ ਹੁਣ ਕਈ ਕੇਸਿਸ ਦੇ ਅੰਦਰ ਕੀ ਹੈਗਾ ਕਿ ਲੈਂਡਲੋਰਡ ਨੇ ਆਪਣੇ ਟੈਨੈਂਟ ਦੇ ਨਾਲ ਉਹਨਾਂ ਨੂੰ ਇਹ ਕਿਹਾ ਕਿ ਚਲੋ ਠੀਕ ਹੈ ਤੁਸੀਂ 100% ਰੈਂਟ ਨਾ ਦਿਓ ਇਸ 2-3 ਮਹੀਨੇ, ਤੁਸੀਂ ਸਿਰਫ 50% ਰੈਂਟ ਦੇ ਦਿਓ। ਜਿਹੜਾ 50% ਪੋਰਸ਼ਨ ਹੈਗਾ ਰੈਂਟ ਦਾ ਉਹ ਮੈਂ ਤੁਹਾਡੇ ਤੋਂ ਅਗਲੇ ਸਾਲ ਜਿਹੜਾ ਹੈਗਾ ਨਾ ਤੁਹਾਡਾ 100 ਦੀ ਬਜਾਏ 150% ਤੁਹਾਡੇ ਤੋਂ ਲੈ ਲਵਾਂਗਾ ਮੈਂ ਜੀ। ਤੇ ਉਹਨਾਂ ਨੇ ਕਈਆਂ ਨੇ ਇਸ ਤਰੀਕੇ ਨਾਲ ਵੀ ਅਰੇਂਜਮੈਂਟ ਕੀਤਾ ਹੈਗਾ। ਕਈ ਟੈਨੈਂਟ ਜਿਹੜੇ ਹੈਗੇ ਆ ਉਹ ਲੈਂਡਲੈਂਡ ਨੂੰ ਕਨਵਿੰਸ ਕਰਾਉਣ ਦੇ ਲਈ ਇੱਥੇ ਤੱਕ ਵੀ ਐਗਰੀ ਹੈਗੇ ਆ ਕਿ ਵੀ ਠੀਕ ਹੈ ਜਿਹੜਾ ਤੂੰ 25% ਪੋਰਸ਼ਨ ਤੁਸੀਂ ਆਪਣੀ ਤਰਫੋਂ ਦੇਣਾ ਸੀ ਲੈਂਡਲੈਂਡ ਨੇ, ਉਹ ਟੈਨੈਂਟ ਇਹ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ ਦੇ ਦੇਵਾਂਗੇ 25% ਐਕਸਟਰਾ, ਤੁਸੀਂ ਇਸ ਪ੍ਰੋਗਰਾਮ ਦੇ ਅੰਦਰ ਆ ਜਾਓ ਬੇਸਿਕਲੀ, ਤਾਂ ਕਿ ਸਿਰਫ ਟੈਨੈਂਟ ਨੂੰ ਜਿਹੜਾ ਹੈਗਾ ਮੈਕਸਿਮਮ 50% ਦੇਣਾ ਪਏ, ਨਾ ਕਿ ਉਹਨਾਂ ਨੂੰ ਫਿਊਚਰ ਫਿਰ ਦੁਬਾਰਾ ਤੋਂ ਉਹਨੂੰ ਡਿਫਰ ਕਰਕੇ ਜਾਂ ਦੁਬਾਰਾ ਤੋਂ ਫਿਰ ਦੇਣਾ ਪਏ ਰੈਂਟ। ਆਈ ਥਿੰਕ ਮੈਜੋਰਟੀ ਥਾਵਾਂ ਦੇ ਉੱਤੇ ਇਹੀ ਕੁਝ ਹੋਵੇਗਾ ਕਿ ਟੈਨੈਂਟ ਨੂੰ ਹੀ 50% ਹੈ ਜਿਹੜਾ ਉਹ ਵੇਅਰ ਕਰਨਾ ਪਵੇਗਾ।
ਜੀ ਜੀ ਇਹਦੇ ਵਿੱਚ ਆਪਸ ਵਿੱਚ ਉਹਨਾਂ ਦੀ ਅੰਡਰਸਟੈਂਡਿੰਗ ਦੀ ਬਹੁਤ ਜ਼ਿਆਦਾ ਉਹ ਹੈਗੀ ਹੈ ਜੀ, ਲੋੜ ਹੈਗੀ ਹੈ ਜੀ। ਤੇ ਥੈਂਕ ਯੂ। ਦੂਸਰਾ ਜਿਹੜਾ ਤੁਸੀਂ ਹਾਂਜੀ ਗੋ ਹੈਡ ਪਲੀਜ਼। ਦੂਸਰਾ ਜਿਹੜਾ ਤੁਸੀਂ ਮੈਨੂੰ ਕਹਿ ਰਹੇ ਸੀ ਉਹ ਫਰੰਟ ਲਾਈਨ ਵਰਕਰ ਦੇ ਬਾਰੇ, ਜਿਹੜਾ ਐਕਚੁਅਲੀ ਤੁਸੀਂ ਮੈਂਸ਼ਨ ਕੀਤਾ ਸੀ ਲਾਸਟ ਦੇ ਵਿੱਚ, ਤੇ ਉਹਦੇ ਵਿੱਚ ਬਿਫੋਰ ਮੈਂ ਰੈਪ ਅਪ ਕਰਾਂ ਉਸ ਤੋਂ ਬਾਅਦ ਬੜੇ ਸ਼ਾਰਟ ਵਿੱਚ ਮੈਂ ਦੱਸਦਾ ਕਿ ਫੋਰਡ ਗਵਰਨਮੈਂਟ ਨੇ ਜਿਹੜਾ ਨਵਾਂ ਅਨਾਉਂਸਮੈਂਟ ਕੀਤਾ ਹੈਗਾ ਜੀ, ਉਹ ਇਹ ਕੀਤਾ ਹੈਗਾ ਕਿ ਵੀ ਹਰ ਜਿਹੜਾ ਫਰੰਟ ਲਾਈਨ ਵਰਕਰ ਹੈਗਾ ਉਹਦੀ ਵੇਜਿਸ ਜਿਹੜੀ ਹੈਗੀ ਹੈ 16 ਹਫ਼ਤੇ ਦੇ ਲਈ ਉਹ $4 ਪਰ ਆਵਰ ਜਿਹੜੀ ਹੈ ਉਹਨਾਂ ਨੇ ਇਨਕਰੀਜ਼ ਕਰ ਦਿੱਤੀ ਹੈਗੀ ਆ। ਔਰ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਜਿਹੜਾ ਵੀ ਵਰਕਰ ਅਗਰ 100 ਘੰਟੇ ਮਹੀਨੇ ਦੇ ਅੰਦਰ 100 ਘੰਟੇ ਤੋਂ ਵੀ ਜ਼ਿਆਦਾ ਕੰਮ ਕਰਦਾ ਹੈਗਾ ਤਾਂ ਉਹਨੂੰ ਇੱਕ ਲਮਸਮ ਜਿਹੜਾ ਹੈਗਾ ਉਹ $250 ਜਿਹੜਾ ਹੈਗਾ ਉਹ ਦਿੱਤਾ ਜਾਏਗਾ ਅਗਲੇ 4 ਮਹੀਨਿਆਂ ਲਈ, ਯਾਨੀ $4 ਵੇਜ ਇਨਕਰੀਜ਼ ਹੈਗੀ ਹੈ। ਔਰ ਅਗਰ ਉਹ 100 ਘੰਟੇ ਮਹੀਨੇ ਤੋਂ ਅਗਰ ਜ਼ਿਆਦਾ ਕੰਮ ਕਰ ਰਿਹਾ ਹੈਗਾ ਤਾਂ ਉਹਨੂੰ ਲਮਸਮ ਪੇਮੈਂਟ ਜਿਹੜੀ ਹੈਗੀ ਹੈ $250 ਦੀ ਹੋਰ ਦਿੱਤੀ ਜਾਏਗੀ 4 ਮਹੀਨਿਆਂ ਦੇ ਲਈ। ਤੇ ਅਗਰ ਜੋ ਵੀ ਅਗਰ ਉਹਨਾਂ ਨੇ ਕੈਲਕੂਲੇਸ਼ਨ ਇਹ ਦਿੱਤੀ ਹੈ ਕਿ ਜਿਹੜਾ ਵੀ ਬੰਦਾ ਅਗਰ 40 ਘੰਟੇ ਰੈਗੂਲਰ ਕੰਮ ਕਰ ਰਿਹਾ ਹੈਗਾ ਔਰ ਇਸ ਬੈਨੀਫਿਟ ਦੇ ਕਰਕੇ ਉਹਨੂੰ $3560 ਦਾ ਜਿਹੜਾ ਹੈਗਾ ਐਡੀਸ਼ਨਲ ਕੰਪਨਸੇਸ਼ਨ ਜਿਹੜੀ ਹੈ ਉਹ ਮਿਲੇਗੀ ਜੀ ਇਹਦੇ ਵਿੱਚ। ਜੀ ਬੜੀ ਮਿਹਰਬਾਨੀ ਗਰੋਵਰ ਸਾਹਿਬ, ਧੰਨਵਾਦ ਤੁਹਾਡਾ। ਥੈਂਕ ਯੂ ਵੈਰੀ ਮਚ ਜਗਦੀਸ਼ ਜੀ।